ਅੰਮ੍ਰਿਤਸਰ ਤੋਂ ਇੱਕ ਵਾਰ ਫੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੀ ਹਰਮੰਦਰ ਸਾਹਿਬ ਦੇ ਕੋਲ 3 ਧਮਾਕੇ ਕਰਨ ਵਾਲੇ ਆਜ਼ਾਦ ਵੀਰ ਸਿੰਘ ਦਾ ਵਿਦੇਸ਼ੀ ਲਿੰਕ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਕੀਤੀ ਤੇ ਇਹ ਸਾਹਮਣੇ ਤੱਥ ਜਿਹੜੇ ਆ ਰਹੇ ਨੇ, ਇਹਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ ਤੇ ਵਿਦੇਸ਼ਾਂ 'ਚ ਬੈਠੇ ਆਪਣੇ ਹੁਕਮਰਾਨਾਂ ਦੇ ਆਦੇਸ਼ਾਂ ਦੇ ਉੱਤੇ ਹੀ ਉਹ ਇੱਕ ਤੋਂ ਬਾਅਦ ਇੱਕ ਧਮਾਕਿਆਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਵੱਲੋਂ ਉਹਦੇ ਉੱਤੇ ਇੱਕ ਹੋਰ FIR ਦਰਜ ਕਰ ਲਿੱਤੀ ਗਈ ਹੈ। ਵਿਦੇਸ਼ੀ ਫੰਡਿੰਗ ਇਹਨੂੰ ਕਿੱਥੋਂ ਹੋ ਰਹੀ ਸੀ, ਕੌਣ ਇਹਦੇ ਨਾਲ ਹੋਰ ਲੋਕ ਸ਼ਾਮਲ ਨੇ, ਇਹਦੇ ਤੇ ਵੀ ਪੁਲਿਸ ਜਾਂਚ ਕਰ ਰਹੀ ਹੈ। ਵੇਖ ਸਕਦੇ ਹੋ ਚਿੱਠੀ, ਜਿਹੜੀ ਕਿ ਚਿੱਠੀ ਇਹਨਾਂ ਨੇ ਸਾੜ ਦਿੱਤੀ ਸੀ ਤੇ ਕੁਝ ਚਿੱਠੀਆਂ ਇਹਨਾਂ ਨੇ ਪਾੜ ਦਿੱਤੀਆਂ ਸੀ। ਉਹ ਚਿੱਠੀ ਪੁਲਿਸ ਦੇ ਹੱਥ ਲਿਖੀ ਹੈ। ਉਹਦੇ ਵਿੱਚ ਕੀ ਲਿਖਿਆ ਇਹ ਵੀ ਤੁਹਾਨੂੰ ਦੱਸਦੇ ਹਾਂ। FIR ਦੇ ਵਿੱਚ ਆਜ਼ਾਦ ਵੀਰ ਦੇ ਨਾਲ ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਤੇ ਧਰਮਿੰਦਰ ਦਾ ਨਾਮ ਵੀ ਸ਼ਾਮਲ ਕੀਤਾ ਗਿਆ। ਇਹ ਮਾਸਟਰਮਾਈਂਡ ਆਜ਼ਾਦ ਵੀਰ ਸਿੰਘ ਨੂੰ ਹੀ ਦੱਸਿਆ ਗਿਆ ਹੈ। ਉਹਦੇ ਪਿੱਛੇ ਇਹਦੇ ਮਨਸੂਬੇ ਸਨ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਮਾਮਲੇ 'ਚ ਫੜੇ ਗਏ ਵਾਰਿਸ ਪੰਜਾਬ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦੇ ਨਾਲ ਇਹਦੇ ਤਾਰ ਜੁੜ ਰਹੇ ਨੇ। ਆਜ਼ਾਦ ਵੀਰ ਸਿੰਘ ਨੇ ਜਿਹੜੀਆਂ ਚਿੱਠੀਆਂ ਪਾੜੀਆਂ ਸੀ ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੀ ਹਰਮੰਦਰ ਸਾਹਿਬ 'ਚ ਇੱਕ ਕੁੜੀ ਕੁਝ ਦਿਨ ਪਹਿਲਾਂ ਮੂੰਹ ਤੇ ਤਿਰੰਗਾ ਨਿਸ਼ਾਨ ਲਾ ਕੇ ਅੰਦਰ ਦਾਖਲ ਹੋਣ ਲੱਗਦੀ ਏ ਤੇ ਉਹ ਵੀਡੀਓ ਵਾਇਰਲ ਹੁੰਦੀ ਏ, ਜਿਹਦੇ ਵਿੱਚ ਇੱਕ ਪੁੱਛ ਰਹੀ ਹੈ ਕਿ ਕੀ ਭਾਰਤ ਦਾ ਹਿੱਸਾ ਨਹੀਂ ਹੈ ਪੰਜਾਬ। ਆਜ਼ਾਦ ਵੀਰ ਨੇ ਆਪਣੀ ਚਿੱਠੀ 'ਚ ਲਿਖਿਆ, ਅਸੀਂ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੰਗਤ ਰੂਪ ਦੇ ਵਿੱਚ ਹਾਜ਼ਰੀ ਭਰੀ ਜਾਵੇ, ਨਾ ਕਿ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਣਾ ਕੇ ਸ਼ਰੀਕ ਬਣ ਕੇ, ਕਿਉਂਕਿ 4 ਜੂਨ 1984 ਨੂੰ ਭਾਰਤ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਸੀ। ਸਿੱਖ ਭਾਰਤ ਦੇ ਗੁਲਾਮ ਨੇ। ਸਿੱਖਾਂ ਦਾ ਹਿੰਦੁਸਤਾਨ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ। ਤੰਬਾਕੂ ਖਾਂਦਿਆਂ ਕੋਈ ਫੜਿਆ ਗਿਆ ਜਾਂ ਫਿਰ ਕੋਈ ਨੰਗੇ ਸਿਰ ਜੇ ਮਹਿਲਾਵਾਂ ਫੜੀਆਂ ਗਈਆਂ, ਉਹਨਾਂ ਨੂੰ ਸੋਧਾ ਲਾਇਆ ਜਾਏਗਾ, ਯਾਨੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨ ਦੀ ਗੱਲ ਵੀ ਆਖੀ ਗਈ ਹੈ ਤੇ ਇਹ ਕਿਹਾ ਗਿਆ ਅੰਮ੍ਰਿਤਪਾਲ ਸਿੰਘ ਨੂੰ ਛੇਤੀ ਰਿਹਾ ਕੀਤਾ ਜਾਏ। ਬਾਬਾ ਮੁੱਲਾ ਸੇਖੋ ਗਰੁੱਪ ਮਹਾਰਾਜਾ ਰਣਜੀਤ ਸਿੰਘ ਚੌਕ ਪਾਰਕਿੰਗ ਵਾਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਸੇ ਦੋਵੇਂ ਧਮਾਕੇ ਉਹਦੇ ਗਰੁੱਪ ਨੇ ਕਰਵਾਏ ਨੇ। ਇਹ ਸਿਰਫ ਚੇਤਾਵਨੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨੁਕਸਾਨ ਵੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਆਜ਼ਾਦ ਵੀਰ ਤੇ ਉਹਦੇ ਸਾਥੀਆਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਉਹਦਾ 7 ਦਿਨਾਂ ਦਾ ਰਿਮਾਂਡ ਹਾਸਲ ਕਰ ਲਿੱਤਾ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਇੰਟੀਫਿਕ ਇਨਵੈਸਟੀਗੇਸ਼ਨ ਤੋਂ ਇਲਾਵਾ ਇਹਨਾਂ ਦੇ ਫੋਨ ਵੀ ਫੋਰੈਂਸਿਕ ਜਾਂਚ ਵਾਸਤੇ ਭੇਜ ਦਿੱਤੇ ਗਏ ਨੇ। ਇੱਕ ਪਾਸੇ ਤੇ ਪੰਜਾਬ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਸਖਤ ਨੇ, ਪਰ ਕਈ ਐਸੇ ਭ੍ਰਿਸ਼ਟ ਅਧਿਕਾਰੀ ਬੈਠੇ ਹੋਏ ਨੇ ਜਿਨ੍ਹਾਂ ਨੂੰ ਕਿਸੇ ਵੀ ਆਦੇਸ਼ਾਂ ਦੀ ਕੋਈ ਚਿੰਤਾ ਨਹੀਂ, ਨਾ ਹੀ ਕਿਸੇ ਸਰਕਾਰ ਦਾ ਕੋਈ ਡਰ ਆ, ਕਿਉਂਕਿ ਇਹ ਰਿਸ਼ਵਤਖੋਰ ਅਧਿਕਾਰੀ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦੇ ਨੇ। ਅੱਜ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੁਰਦਾਸਪੁਰ ਦੇ ਪਿੰਡ ਪੁਰੇਵਾਲ ਰਾਜਪੂਤਾਂ ਦੇ ਨੰਬਰਦਾਰ ਸੁਭਾਸ਼ ਚੰਦਰ ਨੂੰ 50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠਾਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਲਜ਼ਮ ਨੂੰ ਸੁਰਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤਹਿਸੀਲ ਬਟਾਲਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਏ ਸਨ ਕਿ ਇਹ ਨੰਬਰਦਾਰ ਉਸਦੇ ਪਰਿਵਾਰ ਦੀ ਜ਼ਮੀਨ ਦੇ ਵਿਰਾਸਤੀ ਇੰਤਕਾਲ ਲਈ ਦਸਤਾਵੇਜ਼ ਤਸਦੀਕ ਕਰਨ ਵਾਸਤੇ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਇਹ ਵੀ ਦੱਸਿਆ ਗਿਆ ਸੀ ਕਿ ਉਸਨੇ ਨੰਬਰਦਾਰ ਨੂੰ ਇਹ ਪੈਸੇ ਵੱਖ-ਵੱਖ ਤਰੀਕਾਂ ਤੇ ਕਿਸ਼ਤਾਂ ਵਿੱਚ ਦੇਣ ਸੰਬੰਧੀ ਬੇਨਤੀ ਕੀਤੀ ਸੀ, ਜਿਸ ਲਈ ਉਹ ਮੰਨ ਗਿਆ ਸੀ। ਇਸ ਤੋਂ ਬਾਅਦ ਟਰੈਪ ਲਾਇਆ ਜਾਂਦਾ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਰਿਸ਼ਵਤ ਲੈਂਦਿਆਂ ਜਾਂ ਕਿਸੇ ਪਟਵਾਰੀ ਨੂੰ ਜਾਂ ਕਿਸੇ ਪੁਲਿਸ ਵਾਲੇ ਨੂੰ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਇਹ ਐਡੇ ਢੀਠ ਹੋ ਗਏ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਜਦੋਂ ਇਹ ਰਿਸ਼ਵਤ ਲੈ ਲੈਂਦੇ ਨੇ, ਫੜੇ ਜਾਂਦੇ ਨੇ, ਰੰਗੇ ਹੱਥੀਂ ਫੜੇ ਜਾਂਦੇ ਨੇ ਤੇ ਫਿਰ ਇਹਨਾਂ ਨੂੰ ਸਸਪੈਂਡ ਕਰਤਾ ਜਾਂਦਾ ਹੈ। ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹ ਪੈਂਡਿੰਗ ਇਨਕੁਆਇਰੀ ਤੇ ਬਹਾਲ ਹੋ ਕੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹ ਮੁੜ ਕੇ ਉਹੀ ਕੰਮ ਕਰਨ ਲੱਗ ਪੈਂਦੇ ਨੇ
ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਬੇਨਤੀ ਹੈ ਕਿ ਜਿਹੜੇ ਭ੍ਰਸ਼ਟ ਅਧਿਕਾਰੀ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਪ੍ਰਾਈਮ ਪੋਸਟਾਂ ਤੋਂ ਲਾਇਆ ਜਾਵੇ ਤੇ ਉਹਨਾਂ ਨੂੰ ਜਾਂ ਤੇ ਪਬਲਿਕ ਡੀਲਿੰਗ ਵਾਲੀ ਪੋਸਟ ਹੀ ਨਾ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਜਬਰੀ ਰਿਟਾਇਰ ਕਰਕੇ ਘਰ ਭੇਜ ਦਿੱਤਾ ਜਾਵੇ। ਹੈਲਥ ਡਿਪਾਰਟਮੈਂਟ ਦੇ ਵਿੱਚ ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਕਿਸ ਤਰ੍ਹਾਂ ਇਹ ਅਫਸਰ ਪੈਸੇ ਖਾਣ ਦਾ ਤਰੀਕਾ ਲੱਭ ਲੈਂਦੇ ਨੇ। ਪਿਛਲੀ ਸਰਕਾਰ ਵੇਲੇ ਉਡਾਨ ਸਕੀਮ ਦੇ ਥੱਲੇ ਸੈਨੀਟਰੀ ਪੈਡ ਖਰੀਦੇ ਗਏ ਸੀ, ਉਹਦੇ ਵਿੱਚ ਵੀ ਕਈ ਗੜਬੜੀਆਂ ਜਿਹੜੀਆਂ ਉਹ ਸਾਹਮਣੇ ਆਈਆਂ। ਪੰਜਾਬ ਸਰਕਾਰ ਦੀ ਇਹ ਸਕੀਮ ਸੀ ਗਰੀਬ ਮਹਿਲਾਵਾਂ ਉਹਨਾਂ ਨੂੰ ਫ੍ਰੀ ਸੈਨੀਟਰੀ ਪੈਡ ਦਿੱਤੇ ਜਾਣ ਤਾਂ ਕਿ ਜਦੋਂ ਉਹਨਾਂ ਨੂੰ ਮਾਹਵਾਰੀ ਆਉਂਦੀ ਏ ਉਸ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੋਣ ਵਾਲੀ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਪਰ ਇਹ ਸਕੀਮ ਦੇ ਤਹਿਤ ਪੈਡ ਦੀ ਖਰੀਦ ਜਿਹੜੀ ਕੀਤੀ ਗਈ ਨਿਯਮਾਂ ਨੂੰ ਤਾਕ ਤੇ ਰੱਖਿਆ ਗਿਆ ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ। ਹੁਣ ਸਵਾਲ ਇਹ ਹੈ ਕਿ ਕੀ ਇਹਨਾਂ ਤੇ ਕੋਈ ਕਾਰਵਾਈ ਹੋਏਗੀ, ਕੀ ਉਹ ਪੈਸਾ ਵਾਪਸ ਆਏਗਾ ਜਿਹੜਾ ਪੈਸਾ ਇਹਨਾਂ ਨੇ ਖਾ ਲਿਆ। ਇਹ ਸਕੀਮ ਸੀ 7,20,27,018 ਰੁਪਏ ਦੇ 2,45,82,600 ਪੈਡ ਖਰੀਦੇ ਗਏ। ਉਹਨਾਂ ਦੇ ਜਿਹੜੇ ਰੱਖੇ ਕਿੱਥੇ ਨੇ ਉਸ ਤੇ ਵੰਡੇ ਕਿੱਥੇ ਨੇ ਉਹਦੇ ਰਿਕਾਰਡ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਹੁਣ ਸਮਾਜਿਕ ਸੁਰੱਖਿਆ ਕਲਿਆਣ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਜਿਹੜੇ ਸਚਿਵ ਰਹਿ ਚੁੱਕੇ ਨੇ ਕਿਰਪਾ ਸ਼ੰਕਰ ਸਰੋਜ, ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਇਹ ਮਾਮਲਾ ਜਿਹੜਾ ਉਹ ਉਜਾਗਰ ਕੀਤਾ ਤੇ ਉਹਨਾਂ ਨੇ ਇਹਦੀ ਸਾਰੀ ਜਿਹੜੀ ਡਿਟੇਲ ਰਿਪੋਰਟ ਬਣਾ ਕੇ ਵਿਜੀਲੈਂਸ ਨੂੰ ਦੇ ਦਿੱਤੀ ਹੈ ਤੇ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਹੇਠਾਂ ਇੱਕ ਜਾਂਚ ਟੀਮ ਵੀ ਬਣਾਤੀ ਗਈ ਹੈ ਤੇ ਇਹ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਸੈਨੀਟਰੀ ਪੈਡ ਨੂੰ ਖਰੀਦਣ ਵਾਸਤੇ ਇਹ ਕਿਸ ਤਰ੍ਹਾਂ ਇਹਨਾਂ ਨੇ ਸਕੀਮ ਘੜੀ, ਕਿਸ ਤਰ੍ਹਾਂ ਇਹਨਾਂ ਨੇ ਯੋਜਨਾ ਬਣਾਈ, ਸ਼ੁਰੂਆਤ ਕੰਟਰੋਲਰ ਆਫ ਸਟੋਰੇਜ ਦੇ ਨਾਲ ਕੀਤੀ ਗਈ। ਡਿਪਾਰਟਮੈਂਟ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਸੁਖਦੀਪ ਸਿੰਘ ਡੀਪੀਓ, ਉਹਨਾਂ ਨੇ ਇੱਕ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਇੱਕ ਸ਼ਰਤ ਜੋੜ ਦਿੱਤੀ ਕਿ ਸਕੀਮ ਦਾ ਆਰਡਰ ਜਿਹਨੂੰ ਉਹਨੂੰ ਦਿੱਤਾ ਜਾਏਗਾ ਪੰਜਾਬ ਦੀ MSME ਯੂਨਿਟ ਜਿਹੜੀ ਹੈ ਉਹਨੂੰ ਪਹਿਲੋਂ ਪ੍ਰਾਥਮਿਕਤਾ ਦਿੱਤੀ ਜਾਏਗੀ, ਜਦਕਿ ਦੂਜੀ ਪ੍ਰਾਥਮਿਕਤਾ ਉਸ ਕੰਪਨੀ ਨੂੰ ਦਿੱਤੀ ਜਾਊਗੀ ਜਿਹਦੇ ਕੋਲ ਪੰਜਾਬ ਦਾ ਪਰਮਾਨੈਂਟ GST ਨੰਬਰ ਹੋਏਗਾ। ਫਿਰ ਘਟੀਆ ਸਪਲਾਈ ਸਮਾਨ ਕਰਨ ਵਾਲੀ ਕੰਪਨੀ ਨੂੰ ਹੀ ਇਹ ਕੰਮ ਦੇ ਦਿੱਤਾ ਗਿਆ। ਇਹ MG ਹਾਈਜੀਨ ਬਿਲਿੰਗ ਥਰੂ GM ਟ੍ਰੇਡਰਸ ਨੂੰ ਪੈਡ ਦੀ ਸਪਲਾਈ ਦਾ ਆਰਡਰ ਦੇ ਦਿੱਤਾ ਗਿਆ। ਇਹਦੇ ਤੇ ਆਰੋਪ ਹੈ ਕਿ ਆਂਗਨਵਾੜੀ ਸੈਂਟਰ ਦੇ ਵਿੱਚ ਇਹਨਾਂ ਨੇ ਘਟੀਆ ਕੁਆਲਿਟੀ ਦੀਆਂ ਕਿੱਟਾਂ ਸਪਲਾਈ ਕੀਤੀਆਂ ਸਨ। ਹੁਣ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਚਾਰਜ ਸ਼ੀਟ ਕੀਤਾ ਜਾ ਚੁੱਕਿਆ ਹੈ ਤੇ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ ਦਾ ਨਾਮ ਹੀ ਇਹਦੇ 'ਚ ਸਾਹਮਣੇ ਆ ਰਿਹਾ ਹੈ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਵੀ ਕੰਟਰੈਕਟ ਤੇ ਲੱਗੇ ਹੋਏ ਕੁਝ ਅਫਸਰਾਂ ਨੇ ਇਹ ਖਰੀਦ ਇੱਕ ਕਮੇਟੀ 'ਚ ਸ਼ਾਮਲ ਕਰ ਲਿਆ ਗਿਆ। ਸੈਨੀਟਰੀ ਪੈਡ ਖਰੀਦਣ ਵਾਸਤੇ ਕਮੇਟੀ ਬਣਾਈ ਗਈ। ਉਹਦੇ 'ਚ ਗੁਰਜਿੰਦਰ ਸਿੰਘ ਮੌੜ ਡਿਪਟੀ ਡਾਇਰੈਕਟਰ, ਸੁਖਦੀਪ ਸਿੰਘ DPO ਤੇ ਰਾਜਵੀਰ ਸਿੰਘ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਇਹ ਕੰਟਰੈਕਟ ਦੇ ਅੰਡਰ ਕੰਮ ਕਰਦੇ ਸਨ। ਇਹਨਾਂ ਨੇ ਆਪਣੇ ਆਪ ਨੂੰ ਆਪੇ ਹੀ ਖਰੀਦ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਤੇ ਇਸ ਖਰੀਦ ਲਈ ਹੈੱਡ ਆਫਿਸ ਦੇ ਹੋਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ, ਪਰ ਇਹਨਾਂ ਨੇ ਕਪਲਾ ਕਰਨ ਦੀ ਮਨਸ਼ਾ ਦੇ ਨਾਲ ਇਹ ਸਾਰੀਆਂ ਚੀਜ਼ਾਂ ਸੈੱਟ ਕੀਤੀਆਂ। ਹੁਣ ਇਹ ਵੀ ਦੱਸਦੀ ਹੈ ਵੀ ਆਰਡਰ ਦਿਨ ਤੋਂ 36 ਘੰਟਿਆਂ ਦੇ ਵਿੱਚ ਹੀ ਕੰਪਨੀ ਵੱਲੋਂ ਇੰਨੀ ਵੱਡੀ ਤਾਦਾਦ ਦੇ ਵਿੱਚ ਸੈਨੀਟਰੀ ਪੈਡਸ ਜਿਹੜੇ ਸਪਲਾਈ ਕਰ ਦਿੱਤੇ ਗਏ। ਖਰੀਦ ਕਮੇਟੀ ਦੀ ਮੀਟਿੰਗ ਹੁੰਦੀ ਹੈ 23 ਮਈ 2021 ਨੂੰ। ਉਸੇ ਦਿਨ ਪੈਡ ਸਪਲਾਈ ਕਰਨ ਦਾ ਆਰਡਰ ਦੇ ਦਿੱਤਾ ਜਾਂਦਾ ਹੈ। 25 ਮਈ 2021 ਨੂੰ ਇੰਸਪੈਕਸ਼ਨ ਆਫਰ ਹੋਣ ਤੇ ਅਮਰਜੀਤ ਕੋਰੇ ਜਿਹੜੇ ਡਿਪਟੀ ਡਾਇਰੈਕਟਰ ਤੇ ਕੰਟਰੋਲਰ ਸਟੋਰੇਜ ਵੱਲੋਂ ਇੱਕ ਇੰਸਪੈਕਸ਼ਨ ਨੋਟ ਜਿਹੜਾ ਉਹ ਦਿੱਤਾ ਜਾਂਦਾ ਹੈ ਕਿ 25 ਮਈ 2021 ਨੂੰ 1 ਲੱਖ ਸੈਨੀਟਰੀ ਪੈਡ ਗੁਜਰਾਤ ਤੋਂ ਆ ਗਏ ਨੇ, ਜਿਹਦੀ ਅਦਾਇਗੀ 21,87,000 ਰੁਪਏ ਵੀ ਕਰ ਦਿੱਤੀ ਗਈ ਹੈ। ਸਤੰਬਰ 2021 ਚ 2,45,82,600 ਸੈਨੀਟਰੀ ਪੈਡ ਦੀ ਸਪਲਾਈ ਤੋਂ ਬਾਅਦ 7,20,27,000 ਰੁਪਏ ਜਿਹੜੇ ਆ ਉਹ ਵੀ ਜਾਰੀ ਕਰ ਦਿੱਤੇ ਜਾਂਦੇ ਨੇ 23 ਫਰਵਰੀ 2022 ਨੂੰ। ਹੁਣ ਇਹ ਜਿਹੜੀ ਕਹਿੰਦੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਪੇਮੈਂਟ ਕੀਤੀ ਗਈ ਹੈ ਇਹਦੇ ਚ ਵੀ ਜਿਹੜੀਆਂ ਸ਼ਰਤਾਂ ਉਹਨਾਂ ਦਾ ਪਾਲਣ ਨਹੀਂ ਕੀਤਾ ਗਿਆ, ਕਿਉਂਕਿ ਜਿਹੜੇ ਦਸਤਾਵੇਜ਼ ਦੇਣੇ ਸੀਗੇ ਉਹ ਡਿਪਾਰਟਮੈਂਟ ਨੂੰ ਦਿੱਤੇ ਹੀ ਨਹੀਂ ਗਏ। ਹੁਣ ਇੱਕ ਇੱਕ ਪਹਿਲੂ ਦੀ ਜਾਂਚ ਹੋ ਰਹੀ ਹੈ। ਹੁਣ ਕਰੇ ਤੇ ਬੰਦਾ ਕਰੇ ਕਿ
ਜਿਹਨੂੰ ਹੱਥ ਲਾਇਆ ਜਾਂਦਾ ਹੈ ਉੱਥੇ ਹੀ ਘੁਟਾਲਾ ਤੇ ਘੁਟਾਲਾ ਸਾਹਮਣੇ ਆ ਰਿਹਾ ਹੈ। ਕੋਰੋਨਾ ਦੇ ਦੌਰਾਨ ਕਿੰਨੀ ਦਵਾਈ ਖਰੀਦੀ ਗਈ, ਕੁਝ ਸਮਾਂ ਪਹਿਲਾਂ ਅਖਬਾਰਾਂ ਦੇ ਵਿੱਚ ਇਹ ਮਾਮਲੇ ਆਏ ਸਨ ਕਿ ਪੈਸਾ ਖਰਚ ਹੋਇਆ ਹੀ ਨਹੀਂ ਤੇ ਕਾਗਜ਼ਾਂ ਦੇ ਵਿੱਚ ਖਰੀਦ ਕਰ ਲਈ। ਵਿਜੀਲੈਂਸ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ। ਹੁਣ ਗੱਲਬਾਤ ਹੋਈ ਹੈ ਸਾਡੀ ਵੀ ਬਾਲ ਵਿਕਾਸ ਮੰਤਰੀ ਨੇ ਜਿਹੜੇ ਡਾਕਟਰ ਬਲਜੀਤ ਕੌਰ, ਉਹਨਾਂ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਆ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਇਹ ਤਾਂ ਰਟਿਆ ਰਟਾਇਆ ਜਵਾਬ ਹਮੇਸ਼ਾ ਹੀ ਹੁੰਦਾ ਹੈ। ਇਹ ਜਿਹੜੇ ਚੋਰ ਅਧਿਕਾਰੀ ਨੇ ਇਹਨਾਂ ਦੇ ਕੋਲ ਕਈ ਰਾਹ ਨੇ, ਕਈ ਰਸਤੇ ਨੇ। ਇਹਨਾਂ ਨੂੰ ਸਭ ਪਤਾ ਹੈ ਵੀ ਕਿਸ ਤਰ੍ਹਾਂ ਪੈਸੇ ਕਮਾਣੇ ਨੇ, ਫਿਰ ਕਿਸ ਤਰ੍ਹਾਂ ਪੈਸੇ ਖਵਾ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵਿੱਚ ਆਪਣੇ ਯੂਨਿਟ ਲਾਉਣ ਵਾਸਤੇ ਨਵੇਂ ਉਦਯੋਗਪਤੀਆਂ ਨੂੰ ਹਰੇ ਰੰਗ ਦੇ ਸਟੈਂਪ ਪੇਪਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਨਾਲ ਇੰਡਸਟਰੀ ਨੂੰ ਵੱਡਾ ਹੁੰਗਾਰਾ ਮਿਲੇਗਾ। ਉਹਨਾਂ ਆਖਿਆ ਕਿ ਸਨਅਤਕਾਰਾਂ ਨੂੰ ਆਪਣੀ ਯੂਨਿਟ ਲਾਉਣ ਵਾਸਤੇ ਸਿਰਫ ਇਸ ਇੱਕੋ ਸਟੈਂਪ ਪੇਪਰ ਨੂੰ ਖਰੀਦ ਕੇ CLU, ਜੰਗਲਾਤ, ਪ੍ਰਦੂਸ਼ਣ, ਅੱਗ ਤੇ ਹੋਰ ਡਿਪਾਰਟਮੈਂਟਾਂ ਦੀ ਮਨਜ਼ੂਰੀਆਂ ਲੈਣ ਲਈ ਲੋੜੀਂਦੀਆਂ ਵੱਖ-ਵੱਖ ਫੀਸਾਂ ਅਦਾ ਕਰਨੀਆਂ ਪੈਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਆਪਣੀ ਯੂਨਿਟ ਸਥਾਪਿਤ ਕਰਨ ਲਈ ਸਟੈਂਪ ਪੇਪਰ ਖਰੀਦਣ ਦੇ 15 ਦਿਨ ਦੇ ਅੰਦਰ ਅੰਦਰ ਸਾਰੇ ਡਿਪਾਰਟਮੈਂਟ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਦੇ ਦੇਣਗੇ। ਇਹਦੇ ਨਾਲ ਉਦਯੋਗ ਨੂੰ ਵੱਡਾ ਹੁੰਗਾਰਾ ਮਿਲੇਗਾ। ਉਹ ਪਹਿਲਾਂ ਵੀ ਕਹਿ ਚੁੱਕੇ ਨੇ ਪੰਜਾਬ ਦੇ ਵਿੱਚ ਇੰਸਪੈਕਟਰੀ ਰਾਜ ਖਤਮ ਕੀਤਾ ਜਾਏਗਾ। ਪਰ ਸਵਾਲ ਇਹ ਹੈ ਜਿਹੜੇ ਅਧਿਕਾਰੀਆਂ ਨੂੰ, ਜਿਹੜੇ ਅਫਸਰਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਹੈ, ਉਹ ਕਿਸ ਤਰ੍ਹਾਂ ਰਿਸ਼ਵਤਖੋਰੀ ਤੋਂ ਬਾਜ ਆਣਗੇ, ਜਾਂ ਫਿਰ ਕਿਸ ਤਰ੍ਹਾਂ ਹੋ ਸਕਦਾ ਹੈ ਉਹ ਜਾ ਕੇ ਰਿਸ਼ਵਤ ਦਾ ਪੈਸਾ ਇਕੱਠਾ ਨਾ ਕਰਨ। ਪੰਜਾਬ ਦੇ ਵਿੱਚ ਅਸੀਂ ਇੱਕ ਨਵੀਂ ਚੀਜ਼ ਸ਼ੁਰੂ ਕਰਨ ਲੱਗੇ ਹਾਂ ਕਿ ਇੰਡਸਟਰੀ ਵਾਸਤੇ ਅਸੀਂ ਸਟਾਂਪ ਪੇਪਰ ਜਿਹੜੇ ਨੇ, ਸਟੈਂਪ ਪੇਪਰ, ਉਹਨਾਂ ਦਾ ਰੰਗ ਬਦਲਣ ਲੱਗੇ ਹਾਂ। ਫਰਜ਼ ਕਰ ਲਓ ਕਿਸੇ ਨੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨੇ ਕਿਤੇ 20 ਏਕੜ ਜ਼ਮੀਨ ਦੇਖ ਲਈ ਤਾਂ ਉਹ ਇਨਵੈਸਟ ਪੰਜਾਬ ਦੇ ਪੋਰਟਲ ਤੇ ਜਾਂ ਫਿਰ ਇਨਵੈਸਟ ਪੰਜਾਬ ਦੇ ਆਫਿਸ 'ਚ ਆ ਕੇ ਉਹ ਸਾਨੂੰ ਦੱਸ ਦੇ ਕਿ ਆਹ ਖਸਰਾ ਨੰਬਰ ਹੈ, ਇਸ ਪਿੰਡ ਦੀ ਜ਼ਮੀਨ ਹੈ ਤੇ ਮੈਂ ਇੱਥੇ ਫੈਕਟਰੀ ਲਾਉਣੀ ਹੈ। ਤਾਂ ਜਿਹੜੀ ਸਾਡੀ CLU ਦੀ ਟੀਮ ਹੈ, ਜਿਹੜੀ ਪਰਮਿਸ਼ਨਾਂ ਦਿੰਦੀ ਹੈ ਟੀਮ, ਉਹ 10 ਦਿਨ ਲਊਗੀ। 10 ਦਿਨਾਂ ਦੇ ਵਿੱਚ ਆ ਕੇ ਉਹ ਉਸ ਜ਼ਮੀਨ ਨੂੰ ਦੇਖ ਕੇ ਪਰਖ ਕੇ ਉਹ ਓਕੇ ਉਸ ਜ਼ਮੀਨ ਨੂੰ ਕਰ ਦੂਗੀ। ਤਾਂ ਫਿਰ ਉਸ ਫੈਕਟਰੀ ਲਾਉਣ ਵਾਲੇ ਨੂੰ ਕਿਹਾ ਜਾਊਗਾ ਕਿ ਹਰੇ ਰੰਗ ਦਾ ਸਟਾਂਪ ਪੇਪਰ ਖਰੀਦੋ। ਉਹ ਦੂਜੇ ਸਟਾਂਪ ਪੇਪਰ ਨਾਲੋਂ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ CLU, ਫੋਰੈਸਟ, ਪੋਲੂਸ਼ਨ ਤੇ ਫਾਇਰ, ਇਹਨਾਂ ਚੀਜ਼ਾਂ ਨਾਲ ਸੰਬੰਧਿਤ ਸਾਰੀਆਂ NOC ਦੇ ਪੈਸੇ ਵਿੱਚ ਹੀ ਜਿਹੜੇ ਨੇ ਉਹ ਸ਼ਾਮਲ ਕਰ ਲਏ ਜਾਣਗੇ, ਇਨਕਲੂਡ ਕਰ ਲਏ ਜਾਣਗੇ। ਤੇ ਜਦੋਂ ਹੀ ਰਜਿਸਟਰੀ ਹੋ ਗਈ 11ਵੇਂ ਦਿਨ, 12ਵੇਂ ਦਿਨ, 14ਵੇਂ ਦਿਨ, ਉਸ ਤੋਂ ਬਾਅਦ ਉਹ ਆਪਣੇ ਫੈਕਟਰੀ ਦਾ ਨਿਰਮਾਣ ਸ਼ੁਰੂ ਕਰ ਸਕਦਾ ਹੈ। ਪਹਿਲੀ ਇੱਟ ਉਹ ਲਾ ਸਕਦਾ ਹੈ। ਤੇ ਇਹਦੇ ਨਾਲ ਜਿੱਥੇ ਵਪਾਰੀਆਂ ਦੀ ਜਾਂ ਫੈਕਟਰੀ ਲਾਉਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੀ ਖੱਜਲ ਖੁਆਰੀ ਬਚੂਗੀ, ਦਫ਼ਤਰਾਂ ਦੇ ਗੇੜੇ ਬਚਣਗੇ। ਕਦੇ 6-6 ਮਹੀਨੇ CLU ਨਹੀਂ ਮਿਲਦਾ ਸੀ, ਫਿਰ ਕਿਸੇ ਹੋਰ NOC ਵਾਸਤੇ ਉਹਨਾਂ ਨੂੰ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਸੀ, ਪੈਸਾ ਉਹਨਾਂ ਦਾ ਲੱਗ ਚੁੱਕਿਆ ਹੁੰਦਾ ਸੀ, ਉਹਦਾ ਵਿਆਜ ਪੈਂਦਾ ਰਹਿੰਦਾ ਸੀ। ਸੋ ਇਹ ਸਾਰਾ ਕੁਝ ਅਸੀਂ ਖਤਮ ਕਰਨ ਲੱਗੇ ਹਾਂ। ਤੇ ਜਦੋਂ ਉਹ ਫੈਕਟਰੀ ਬਣ ਗਈ, ਤਿਆਰ ਹੋ ਗਈ, ਉਸ ਵੇਲੇ ਉਸ ਫੈਕਟਰੀ ਜਿਹੜੀ ਹੈ ਉਹਦਾ ਫਾਇਰ ਦਾ, ਪੋਲੂਸ਼ਨ ਦਾ ਔਰ ਫੋਰੈਸਟ ਦਾ ਜਿਹੜਾ ਕਲੀਅਰੈਂਸ ਹੈ, ਉਹਦੀ ਸਟੈਂਪ ਉਸੇ, ਉਹਦੀ ਮੋਹਰ ਜਿਹੜੀ ਹੈ ਉਸੇ ਸਟਾਂਪ ਪੇਪਰ 'ਤੇ ਲੱਗ ਜੂਗੀ। ਸੋ ਹਰੇ ਰੰਗ ਦਾ ਸਟਾਂਪ ਪੇਪਰ ਦਾ ਮਤਲਬ ਹੈ ਕਿ ਉਹ ਫੈਕਟਰੀ ਵਾਲੇ ਨੇ ਸਾਰੀਆਂ NOCs ਲਈਆਂ ਹੋਈਆਂ ਨੇ ਅਤੇ ਉਹਦੇ ਪੈਸੇ ਦਿੱਤੇ ਹੋਏ ਨੇ। ਕੱਲ੍ਹ ਨੂੰ ਕੋਈ ਉਹਦੇ ਕੋਲ ਸਾਲ ਬਾਅਦ, 1.5 ਸਾਲ ਬਾਅਦ ਕੋਈ ਫੈਕਟਰੀ 'ਚ ਆਉਂਦਾ ਹੈ ਇਨਸਪੈਕਸ਼ਨ ਕਰਨ, ਤਾਂ ਉਹ ਸਿਰਫ ਸਟਾਂਪ ਪੇਪਰ ਦਿਖਾਊਗਾ ਤਾਂ ਅਫਸਰ ਜਿਹੜਾ ਚੈਕਿੰਗ ਕਰਨ ਆਇਆ, ਇਨਸਪੈਕਸ਼ਨ ਕਰਨ ਆਇਆ, ਉਹ ਸਟਾਂਪ ਪੇਪਰ ਦੇਖ ਕੇ ਦੱਸ ਦੂਗਾ ਕਿ ਕਿਸ ਕੰਮ ਲਈ ਇਹ ਜ਼ਮੀਨ ਖਰੀਦੀ ਸੀ ਅਤੇ ਉਸੇ ਕੰਮ ਲਈ ਇਹ
इस्तेमाल हो रही है। ਅਜਲੇ ਬਸ ਇੰਨਾ ਹੀ ਕਰ ਤਲਦਾ ਫਿਰ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।